सस्सा सुनना पहला कदम है। सुनोगे तो यात्रा आरंभ होनी है। सस्सा सुनना। दूसरा सस्सा समझना। सुनना उस तो बाद समझना। जो तुसी सुनिया वो तुहानू समझ पैना चाहिए। जो तुसी सुनिया उन्होंने तुसी इन्नी एकाग्रता नाल, इन्ने सहज नाल, इन्ने टिकाऊ नाल मन वृत्तियां एकाग्र करके सुनिया है कि वह तुहाडी समझ च है। तुहानू पता लग गया कि उसका भाव अर्थ की है, उसका सरलार्थ की है, या उस पावन बचन च महाराज सानू की कहना चाहते हैं। पहला सुनना है, फिर दूजा समझना है, तीजा जो सुनिया जो पढ़िया ਉਹਦੇ ਚ ਸਮਾ ਜਾਣਾ। ਜਿਹਨੂੰ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਤ ਤੀਰਥ ਮਲ ਨਾਉ। ਸੁਣ ਲਿਆ, ਸਮਝ ਲਿਆ ਤੇ ਫਿਰ ਸਮਾ ਗਏ। ਜੋ ਗੁਰੂ ਨੇ ਕਿਹਾ ਉਹਨੂੰ ਆਪਣੇ ਜੀਵਨ ਚ ਲੈ ਆਂਦਾ, ਉਹਨੂੰ ਧਾਰਨ ਕਰ ਲਿਆ। ਸੁਣ ਕੇ ਛੱਡਣਾ ਨਹੀਂ, ਸੁਣ ਕੇ ਪਕੜ ਲੈਣਾ ਹੈ। ਜਦੋਂ ਤੁਸੀਂ ਸੁਣੇ ਨੂੰ ਪਕੜਨਾ ਸ਼ੁਰੂ ਕਰ ਦਿੱਤਾ ਤੇ ਫਿਰ ਸ਼ਬਦ ਤਬਦੀਲ ਕਰਦਾ ਤੁਹਾਨੂੰ। ਦੇਖੋ, ਜੇਕਰ ਤੁਸੀਂ ਬਰਸਾਤ 'ਚ ਖੜੇ ਹੋ ਤੇ ਤੁਸੀਂ ਭਿੱਜ ਨਹੀਂ ਰਹੇ, ਇਹਦਾ ਇੱਕੋ ਹੀ ਅਰਥ ਹੈ ਕਿ ਤੁਸੀਂ ਆਪਣੇ ਸਿਰ ਤੇ ਕੁਝ ਨਾ ਕੁਝ ਲਿਆ ਹੋਇਆ ਹੈ, ਕੋਈ ਛਾਤਾ ਲਿਆ ਹੋਇਆ ਹੈ, ਛਤਰੀ ਲਈ ਹੋਈ ਹੈ, ਤਾਂ ਨਹੀਂ ਤੁਹਾਡੇ ਤੇ ਇੱਕ ਵੀ ਬੂੰਦ ਪੈਂਦੀ। ਛਾਤਾ ਹਟਾਉਣਾ ਪੈਂਦਾ ਤੇ ਫਿਰ ਤੁਸੀਂ ਭਿੱਜਦੇ ਹੋ। ਅਗਰ ਛਾਤਾ ਰੱਖੋਗੇ ਤੇ ਬਰਸਾਤ ਭਾਵੇਂ ਜਿੰਨੀ ਮਰਜ਼ੀ ਹੋਈ ਜਾਏ ਤੁਸੀਂ ਭਿੱਜੋਗੇ ਨਹੀਂ। ਬੀਜ ਅੰਕੁਰਿਤ ਉਹ ਹੀ ਹੁੰਦਾ ਹੈ ਜਿਹਨੂੰ ਧਰਤੀ ਦਾ ਗਰਭ ਮਿਲ ਜਾਂਦਾ ਹੈ। ਬੀਜ ਨੂੰ ਤੁਸੀਂ ਡੱਬੇ 'ਚ ਪਾ ਕੇ ਰੱਖਿਆ ਹੋਇਆ ਹੈ, ਪੋਟਲੀ 'ਚ ਪਾ ਕੇ ਰੱਖਿਆ ਹੋਇਆ ਹੈ, ਉਹ ਅੰਕੁਰਿਤ ਨਹੀਂ ਹੋ ਸਕਦਾ, ਉਹ ਫਲੀਭੂਤ ਨਹੀਂ ਹੋ ਸਕਦਾ, ਉਹਦੇ 'ਚ ਵਾਧਾ ਨਹੀਂ ਹੋ ਸਕਦਾ। ਉਹਦੇ ਲਈ ਜ਼ਮੀਨ ਚਾਹੀਦੀ ਹੈ, ਜ਼ਮੀਨ ਮਿਲ ਗਈ ਫਲੀਭੂਤ ਹੋਏਗਾ। ਇਸੇ ਤਰ੍ਹਾਂ ਇਸ ਚੀਜ਼ ਨੂੰ ਧਿਆਨ 'ਚ ਲੈ ਲੈਣਾ ਹੈ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਤੁਹਾਡੇ ਕੰਨਾਂ ਦੇ ਰਾਹੀਂ ਤੁਹਾਡੇ ਅੰਦਰ ਜਾਣਾ ਚਾਹੀਦਾ ਹੈ। ਅਗਰ ਤੁਸੀਂ ਛਾਤਾ ਕਰ ਲਿਆ, ਗੁਰੂ ਨੇ ਇੱਧਰੋਂ ਤੀਰ ਚਲਾਇਆ, ਤੁਸੀਂ ਅੱਗੇ ਢਾਲ ਕਰ ਦਿੱਤੀ। ਅਗਰ ਢਾਲ ਤੁਸੀਂ ਕਰ ਦਿੱਤੀ, ਉਹ ਤੀਰ ਲੱਗੇਗਾ ਨਹੀਂ। ਫਿਰ ਮਹਾਰਾਜ ਕਹਿੰਦੇ ਸਤਿਗੁਰ ਸੂਰਮੈ ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਾ ਪਰਾ ਕਰੇਜੇ ਸ਼ੇਕ। ਉਹ ਤੀਰ ਤੁਹਾਡੇ ਸੀਨੇ ਨੂੰ ਵਿੰਨੇਗਾ ਜਿਹੜੇ ਤੀਰ ਨੂੰ ਤੁਸੀਂ ਆਪਣੇ ਸੀਨੇ ਤੱਕ ਪਹੁੰਚਣ ਦਿੱਤਾ। ਤੇ ਜੇਕਰ ਤੁਸੀਂ ਤੀਰ ਨੂੰ ਪਹੁੰਚਣ ਹੀ ਨਹੀਂ ਦਿੱਤਾ, ਅੱਗੇ ਢਾਲ ਹੀ ਕਰ ਲਈ, ਤੇ ਫਿਰ ਪਿਆਰਿਓ ਕਿਵੇਂ ਉਹ ਸੀਨੇ ਨੂੰ ਬੰਨੇਗਾ। ਉਹ ਬੋਲ, ਉਹ ਸ਼ਬਦ, ਉਹ ਬਚਨ ਗੁਰੂ ਕਾ ਤੁਹਾਡੇ ਜੀਵਨ ਨੂੰ ਤਬਦੀਲ ਕਰੇਗਾ। ਜਿਹੜੇ ਬਚਨ ਨੂੰ ਤੁਸੀਂ ਸੁਣਿਆ ਹੈ, ਅੰਦਰ ਪ੍ਰਵੇਸ਼ ਕਰਨ ਦਿੱਤਾ ਹੈ, ਅੰਦਰ ਤੁਸੀਂ ਜਗ੍ਹਾ ਦਿੱਤੀ ਹੈ, ਜਿਹਨੂੰ ਤੁਸੀਂ ਸੁਣ ਕੇ ਛੱਡ ਹੀ ਦਿੱਤਾ, ਉਹ ਤਬਦੀਲੀ ਨਹੀਂ ਲੈ ਕੇ ਆਏ। ਸੁਣਨਾ ਜ਼ਰੂਰੀ, ਕਿਉਂਕਿ ਸੁਣਨ ਤੋਂ ਹੀ ਆਰੰਭਤਾ ਹੈ। ਪੜ੍ਹਨਾ ਜ਼ਰੂਰੀ, ਕਿਉਂਕਿ ਪੜ੍ਹਨ ਤੋਂ ਹੀ ਆਰੰਭਤਾ ਹੈ। ਸ਼ੁਰੂਆਤ ਸੁਣਨ ਤੋਂ ਹੀ ਹੈ, ਪੜ੍ਹਨ ਤੋਂ ਹੀ ਹੈ। ਪਰ ਇਸ ਤੋਂ ਅਗਲਾ ਕਦਮ ਜਿਹੜਾ ਹੈ ਉਸ ਤੋਂ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਤੁਸੀਂ ਸੁਣਿਆ ਉਹ ਤੁਸੀਂ ਸਮਝ ਗਏ। ਤੇ ਪਿਆਰਿਓ, ਇਸ ਤੋਂ ਵੀ ਜ਼ਿਆਦਾ ਵਧੀਕ, ਜ਼ਿਆਦਾ ਕੀਮਤੀ ਹੋ ਜਾਂਦਾ ਹੈ ਕਿ ਜੋ ਤੁਸੀਂ ਸੁਣਿਆ, ਜੋ ਤੁਸੀਂ ਸਮਝਿਆ, ਉਹਨੂੰ ਤੁਸੀਂ ਹੁਣ ਆਪਣੇ ਜੀਵਨ ਦੇ ਅੰਦਰ ਕਮਾ ਰਹੇ ਹੋ। ਸੁਣਨਾ, ਸਮਝਣਾ, ਸਮਾ ਜਾਣਾ। ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣਿਆ, ਸਮਝਿਆ, ਫਿਰ ਮੰਨ ਲਿਆ, ਤੇ ਮੰਨ ਕੇ ਹੀ ਜੀਵਨ ਬਦਲਦਾ ਹੈ।
ਔਰ ਇਹ ਗੱਲ ਯਾਦ ਰੱਖਿਓ, ਸੁਣਿਆ ਉਹੀ ਸੁਣਿਆ ਹੈ ਜਿਹਨੂੰ ਤੁਸੀਂ ਮੰਨਿਆ ਹੈ। ਜਿਹਨੂੰ ਤੁਸੀਂ ਮੰਨਿਆ ਨਹੀਂ, ਉਹ ਸੁਣਿਆ ਵੀ ਨਹੀਂ ਹੈ। ਸੁਣਿਆ ਤਾਂ ਜੇਕਰ ਤੁਸੀਂ ਮੰਨ ਲਿਆ। ਗਿਆਨ ਬੰਦੇ ਨੂੰ ਤਬਦੀਲ ਕਰਦਾ ਹੈ। ਕਿੰਨਾ ਤਬਦੀਲ ਕਰਦਾ ਹੈ? ਕੁਰੂਕਸ਼ੇਤਰ, ਮਹਾਭਾਰਤ ਔਰ ਅਰਜੁਨ ਨੇ ਆਪਣੇ ਹਥਿਆਰ ਸੁੱਟੇ ਹੋਏ ਨੇ। ਕਹਿੰਦਾ ਮੈਂ ਹਥਿਆਰ ਨਹੀਂ ਚੱਕਣਾ। ਸ੍ਰੀ ਕ੍ਰਿਸ਼ਨ ਜੀ ਨੇ ਗਿਆਨ ਦਿੱਤਾ, ਕੁਝ ਬੋਲ ਕਹੇ, ਕੁਝ ਸ਼ਬਦ ਕਹੇ। ਉਹ ਸ਼ਬਦ ਅਰਜੁਨ ਨੇ ਸੁਣੇ ਕੰਨਾਂ ਦੇ ਰਾਹੀਂ, ਉਹਨਾਂ ਨੂੰ ਆਪਣੇ ਅੰਦਰ ਜਗ੍ਹਾ ਦਿੱਤੀ, ਉਹਨਾਂ ਨੂੰ ਮੰਨਿਆ ਤੇ ਮੰਨਦਿਆਂ ਸਾਰੀ ਕੀ ਕੀਤਾ ਜੀ? ਉਹ ਸੱਟੇ ਹੋਏ ਹਥਿਆਰ ਚੱਕ ਲਏ। ਦੂਜੇ ਪਾਸੇ ਅਸ਼ੋਕ ਨੇ, ਸਮਰਾਟ ਅਸ਼ੋਕ ਨੇ ਦੇਖਿਆ ਇੰਨੇ ਲੋਕ ਮਾਰੇ ਗਏ ਨੇ। ਗਿਆਨ ਹੋਇਆ ਕਿ ਇਹਨਾਂ ਦੇ ਵਿੱਚੋਂ ਕੋਈ ਕਿਸੇ ਦਾ ਪੁੱਤਰ ਹੈ, ਕੋਈ ਕਿਸੇ ਦਾ ਪਤੀ ਹੈ, ਕੋਈ ਕਿਸੇ ਦਾ ਭਰਾ ਹੈ। ਇੰਨੀ ਵੱਡੀ ਮਾਤਰਾ ਦੇ ਅੰਦਰ ਕਤਲੋ-ਗਾਰਤ ਹੋਈ ਹੈ। ਹਥਿਆਰ ਚੁੱਕੇ ਹੋਏ ਸੱਟ ਦਿੱਤੇ, ਉਹਨਾਂ ਦੁਬਾਰਾ ਨਹੀਂ ਚੁੱਕਣੇ। ਇੱਕ ਪਾਸੇ ਗਿਆਨ ਹੁੰਦਾ ਹੈ ਤੇ ਜਿਹੜੇ ਸੱਟੇ ਹੋਏ ਹਥਿਆਰ ਨੇ ਉਹ ਚੁੱਕ ਲੈਂਦਾ ਹੈ। ਇੱਕ ਪਾਸੇ ਗਿਆਨ ਹੁੰਦਾ ਜਿਹੜੇ ਚੱਕੇ ਹੋਏ ਹਥਿਆਰ ਨੇ ਉਹ ਸੁੱਟ ਦਿੰਦਾ ਹੈ। ਗਿਆਨ ਅਸਲ ਮਾਇਨਿਆਂ ਦੇ ਅੰਦਰ ਤੁਹਾਨੂੰ ਤਬਦੀਲ ਕਰਦਾ ਹੈ ਔਰ ਬਿਨਾਂ ਗਿਆਨ ਤੋਂ ਕੋਈ ਤਬਦੀਲੀ ਨਹੀਂ ਹੈਗੀ। ਤੁਹਾਨੂੰ ਗਿਆਨ ਮਿਲਿਆ ਕਿ ਮੇਰੇ ਸਿਰ 'ਚ ਦਰਦ ਹੈ, ਤੁਹਾਨੂੰ ਗਿਆਨ ਮਿਲਿਆ ਮੇਰੇ ਸਰੀਰ 'ਚ ਕੋਈ ਮਰਜ਼ ਹੈ, ਤੁਸੀਂ ਪਹੁੰਚ ਗਏ ਡਾਕਟਰ ਕੋਲ, ਇਲਾਜ ਕਰਵਾ ਲਿਆ। ਪਰ ਜੇਕਰ ਕੁਝ ਬਿਮਾਰੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕੋਈ ਲੱਛਣ ਹੀ ਨਹੀਂ ਹੁੰਦੇ, ਤੁਹਾਨੂੰ ਗਿਆਨ ਹੀ ਨਹੀਂ ਮਿਲਦਾ, ਪਤਾ ਹੀ ਨਹੀਂ ਲੱਗਦਾ ਕਿ ਸਰੀਰ ਦੇ ਅੰਦਰ ਕੋਈ ਦਿੱਕਤ ਹੈ, ਕੋਈ ਪਰੇਸ਼ਾਨੀ ਹੈ। ਅਖੀਰ ਉਹ ਪੂਰਾ ਕੰਮ ਕਰ ਦਿੰਦੀ ਬਿਮਾਰੀ, ਫਿਰ ਜਾ ਕੇ ਅਖੀਰ ਵਿੱਚ ਬੰਦੇ ਨੂੰ ਪਤਾ ਲੱਗਦਾ। ਗਿਆਨ ਹੁੰਦਾ ਹੈ ਕਿ ਮੇਰੇ ਅੰਦਰ ਕੋਈ ਦਿੱਕਤ ਹੈ, ਦੌੜਦਾ ਹੈ, ਭੱਜਦਾ, ਫਿਰ ਡਾਕਟਰ ਕਹਿੰਦੇ ਕਿ ਨਹੀਂ ਹੁਣ ਲੇਟ ਹੋ ਗਏ, ਹੁਣ ਇਹਦਾ ਹੱਲ ਕੋਈ ਨਹੀਂ ਹੈਗਾ। ਕਹਿਣ ਦਾ ਅਰਥ ਕੀ ਹੈ ਪਿਆਰਿਓ? ਗਿਆਨ ਤਬਦੀਲ ਕਰੇਗਾ ਤੁਹਾਨੂੰ, ਔਰ ਤਬਦੀਲ ਹੋਣਾ ਗਿਆਨ ਤੋਂ ਬਿਨਾਂ ਸੰਭਵ ਨਹੀਂ। ਜਿੰਨੇ ਵੀ ਸਾਡੇ ਜੀਵਨ 'ਚ ਬਦਲਾਵ ਆਉਂਦੇ ਨੇ, ਉਹਦਾ ਮੁੱਖ ਕਾਰਨ ਹੁੰਦਾ ਹੈ ਕਿ ਸਾਨੂੰ ਸਮਝ ਮਿਲ ਗਈ, ਸਾਨੂੰ ਇਲਮ ਮਿਲ ਗਿਆ, ਸਾਨੂੰ ਗਿਆਨ ਮਿਲ ਗਿਆ, ਸਾਨੂੰ ਸੂਝੀ ਮਿਲ ਗਈ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਗੁਰਾ ਇੱਕ ਦੇ ਬੁਝਾਈ। ਬੁਝਾਈ ਦਾ ਅਰਥ ਕੀ ਹੈ? ਸਮਝ, ਗਿਆਨ, ਇਲਮ, ਸਿੱਖਿਆ, ਉਪਦੇਸ਼। ਹੁਣ ਗਿਆਨ ਤੇ ਇਲਮ ਤੇ ਉਪਦੇਸ਼ ਕਿੱਥੋਂ ਆਉਂਦਾ ਜੀ? ਉਹਦੇ ਲਈ ਤੁਹਾਨੂੰ ਸੁਣਨਾ ਪੈਂਦਾ ਜਾਂ ਪੜ੍ਹਨਾ ਪੈਂਦਾ ਜਾਂ ਦੇਖਣਾ ਪੈਂਦਾ। ਇਹ ਤਿੰਨ ਹੀ ਢੰਗ ਨੇ। ਜਾਂ ਤੁਸੀਂ ਸੁਣ ਰਹੇ ਹੋ ਕਿਸੇ ਨੂੰ, ਜਾਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ, ਜਾਂ ਤੁਸੀਂ ਪੜ੍ਹ ਰਹੇ ਹੋ ਕਿਸੇ ਨੂੰ। ਦੇਖ ਕੇ ਗਿਆਨ ਮਿਲਦਾ ਹੈ, ਸੁਣ ਕੇ ਗਿਆਨ ਮਿਲਦਾ ਹੈ, ਪੜ੍ਹ ਕੇ ਗਿਆਨ ਮਿਲਦਾ ਹੈ। ਤੁਸੀਂ ਸੁਣਿਆ ਪਰ ਸੁਣਿਆ ਅਣਸੁਣਿਆ ਕਰ ਦਿੱਤਾ, ਕੋਈ ਲਾਭ ਨਹੀਂ। ਤੁਸੀਂ ਦੇਖਿਆ ਅਣਦੇਖਿਆ ਕਰ ਦਿੱਤਾ, ਕੋਈ ਲਾਭ ਨਹੀਂ। ਤੁਸੀਂ ਪੜ੍ਹਿਆ ਅਨਪੜ੍ਹਿਆ ਕਰ ਦਿੱਤਾ, ਕੋਈ ਗਿਆਨ ਨਹੀਂ। ਇਸੇ ਕਰਕੇ ਪਹਿਲਾ ਪੜਾਅ ਜਿਹੜਾ ਹੈ, ਆਰੰਭ ਜਿਹੜਾ ਹੈ, ਆਰੰਭ ਸੁਣਨ ਤੋਂ ਹੈ। ਪਹਿਲਾਂ ਸੁਣੋ, ਫਿਰ ਸਮਝੋ, ਤੇ ਫਿਰ ਜੋ ਸੁਣਿਆ ਜੋ ਸਮਝਿਆ ਉਹਦੇ 'ਚ ਸਮਾ ਜਾਓ। ਸਮਾ ਜਾਣ ਦਾ ਅਰਥ ਕੀ ਹੈ? ਕਿ ਉਹਦੇ 'ਚ ਤੇ ਤੁਹਾਡੇ 'ਚ ਕੋਈ ਭੇਦ ਨਹੀਂ ਹੋਣਾ ਚਾਹੀਦਾ। ਫਿਰ ਉਹ ਚੀਜ਼ ਸਮਝੋ, ਤੁਸੀਂ ਬਣ ਗਏ। ਔਰ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਤੇ ਫਿਰ ਪਿਆਰਿਓ ਜੀਵਨ 'ਚ ਤਬਦੀਲੀ ਹੈ, ਨਹੀਂ ਤੇ ਨਹੀਂ। ਹੁਣ ਇਹ ਸਿੱਖ ਜਿਹੜੇ ਨੇ